Welcome to the lecture of Workshop Technology 1. My name is Amit Verma from Mechanical Department in Satyam Group of Institute. Today the topic is precision welding. ਕੱਲ੍ਹ ਆਪਾਂ ਗੱਲ ਕੀਤੀ ਸੀਗੀ ਸਪੌਟ ਵੈਲਡਿੰਗ ਦੇ ਬਾਰੇ, ਰੈਜ਼ਿਸਟੈਂਸ ਵੈਲਡਿੰਗ ਦੇ ਬਾਰੇ, ਠੀਕ ਹੈ। ਤਾਂ ਪ੍ਰੈਕੂਸ਼ਨ ਵੈਲਡਿੰਗ ਹੀ ਅੱਜ ਆਪਾਂ ਗੱਲ ਕਰਾਂਗੇ ਪ੍ਰੈਕੂਸ਼ਨ ਵੈਲਡਿੰਗ ਦੇ ਬਾਰੇ ਵਿੱਚ। ਜਿਹੜੀ ਪ੍ਰੈਕੂਸ਼ਨ ਵੈਲਡਿੰਗ ਆ ਉਹ ਰੈਜ਼ਿਸਟੈਂਸ ਵੈਲਡਿੰਗ ਦੀ ਹੀ ਇੱਕ ਟਾਈਪ ਆ। ਸੋ ਅੱਜ ਆਪਾਂ ਉਹਦੀ ਵਰਕਿੰਗ ਬਾਰੇ, ਕੀ ਉਹ 'ਚ ਵਰਕਿੰਗ ਆ, ਠੀਕ ਹੈ, ਉਹ ਆਪਾਂ ਉਹਦੀ ਗੱਲ ਕਰਾਂਗੇ ਅੱਜ। ਸੋ ਪ੍ਰੈਕੂਸ਼ਨ ਵੈਲਡਿੰਗ ਬਾਰੇ ਗੱਲ ਕਰਦੇ ਹਾਂ। ਪ੍ਰੈਕੂਸ਼ਨ ਵੈਲਡਿੰਗ ਇਜ਼ ਵਨ ਟਾਈਪ ਆਫ ਰੈਜ਼ਿਸਟੈਂਸ ਵੈਲਡਿੰਗ, ਠੀਕ ਹੈ। ਉਹ ਨਾ ਇਹ ਕੀ ਹੈ, ਪ੍ਰੈਕੂਸ਼ਨ ਵੈਲਡਿੰਗ ਇੱਕ ਰੈਜ਼ਿਸਟੈਂਸ ਵੈਲਡਿੰਗ ਦੀ ਹੀ ਟਾਈਪ ਆ। ਦੀ coalescence provided on the workpiece by heat from arc produce rapid discharge of electric energy। ਇਹਦਾ ਮੇਨ ਪ੍ਰਿੰਸੀਪਲ ਇਹ ਆ ਕਿ ਜਿਹੜਾ ਵਰਕ ਪੀਸ ਨੂੰ ਆਪਾਂ ਵੈਲਡਿੰਗ ਕਰਦੇ ਹਾਂ ਉਹਦੇ ਪਿੱਛੇ ਜੋ ਇਹਦਾ ਪ੍ਰਿੰਸੀਪਲ ਆ ਉਹ ਇਲੈਕਟ੍ਰਿਕ ਡਿਸਚਾਰਜ ਦੁਆਰਾ ਕੀਤਾ ਜਾਂਦਾ। ਜੋ ਵੀ ਆਪਾਂ ਇਹਦੇ ਵਿੱਚ ਇੱਕ ਸਿੰਪਲ ਮੇਨ ਚੀਜ਼ ਆ ਕਿ ਆਪਾਂ ਵੈਲਡਿੰਗ ਕਰਨ ਦੇ ਵਾਸਤੇ ਇਲੈਕਟ੍ਰਿਕ ਡਿਸਚਾਰਜ ਦਾ ਯੂਜ਼ ਕਰਦੇ ਹਾਂ। The welding process is the one part is fixed and the other one is clamped in this slide motion. The sliding operation of workpiece for using backup with a heavy spring. During the welding process, the movable clamp is released rapidly. The welding part are 1.5 mm per part and electric energy discharged suddenly. In this reason, intense arc generated between the surface. ਸੋ ਇਹਨਾਂ ਸਾਰਿਆਂ ਦਾ ਮੀਨਿੰਗ ਇਹ ਆ ਕਿ ਜਿੰਨਾ ਵੀ ਆਪਣਾ ਵੈਲਡਿੰਗ ਪ੍ਰੋਸੈਸ ਆ ਉਹਦੇ ਵਿੱਚ ਕੀ ਹੁੰਦਾ ਆ ਕਿ ਵਨ ਪਾਰਟ ਨੂੰ ਆਪਾਂ ਫਿਕਸ ਰੱਖਦੇ ਹਾਂ ਐਂਡ ਅਨਦਰ ਪਾਰਟ ਨੂੰ ਕੀ ਆ ਮੂਵੇਬਲ ਰੱਖਦੇ ਹਾਂ। ਜਿਹੜਾ ਅਨਦਰ ਪਾਰਟ ਹੁੰਦਾ ਆਪਣਾ ਸੈਕਿੰਡ ਪਾਰਟ ਹੁੰਦਾ ਆ ਜਿਹੜਾ ਕਿ ਮੂਵ ਹੁੰਦਾ ਆ ਉਹਦੀ ਮੂਵਮੈਂਟ ਕਿੰਨਾ ਕੰਟਰੋਲ ਕੀਤੀ ਜਾਂਦੀ ਵਿਦ ਦੀ ਹੈਲਪ ਆਫ ਸਪਰਿੰਗ, ਠੀਕ ਹੈ। ਉਹਦੇ ਨਾਲ ਸਪਰਿੰਗ ਅਟੈਚ ਹੋਏ ਹੁੰਦੇ ਆ। ਉਹਨਾਂ ਨੇ ਕਿਹਾ ਡਿਊਰਿੰਗ ਦੀ ਵੈਲਡਿੰਗ ਪ੍ਰੋਸੈਸ ਦੇ ਦੌਰਾਨ ਕੀ ਹੁੰਦਾ ਆ ਜਿਹੜਾ ਕਿ ਦੋਨੋਂ ਪਾਰਟਸ ਨੂੰ ਆਪਾਂ ਕਲੈਂਪ ਕੀਤਾ ਹੁੰਦਾ, ਇੱਕ ਤਾਂ ਫਿਕਸ ਹੁੰਦਾ, ਸੈਕਿੰਡ ਨੂੰ ਵੀ ਕਲੈਂਪ ਕੀਤਾ ਹੁੰਦਾ, ਮਗਰ ਸੈਕਿੰਡ ਪੀਸ ਜਿਹੜਾ ਉਹ ਕੀ ਹੁੰਦਾ ਰਿਲੀਜ਼ ਹੋ ਜਾਂਦਾ। ਜਿੱਦਾਂ ਹੀ ਰਿਲੀਜ਼ ਹੁੰਦਾ ਆ ਪਾਰਟ ਉਹ ਵਰਕ ਪੀਸ ਜਿਹੜਾ ਦੋ ਪੀਸ ਨੂੰ ਜਦੋਂ ਆਪਾਂ ਜੋੜਨਾ ਆ ਦੋਨਾਂ ਪੀਸ 'ਤੇ ਜਦੋਂ ਗੈਪ ਜਿਹੜਾ ਦੋਨਾਂ ਪੀਸਾਂ ਦੇ ਵਿੱਚ ਜੋ ਗੈਪ ਜਦੋਂ 1.5 mm ਦਾ ਰਹਿ ਜਾਂਦਾ ਤਾਂ ਉਦੋਂ ਕੀ ਹੁੰਦਾ ਇੱਕ ਇਲੈਕਟ੍ਰਿਕ ਡਿਸਚਾਰਜ ਪ੍ਰੋਡਿਊਸ ਹੁੰਦਾ ਹੈ ਜਿਸ ਦੇ ਕਾਰਨ ਕੀ ਆ ਇੱਕ ਆਰਕ ਜਨਰੇਟ ਹੁੰਦੀ ਆ ਸਰਫੇਸ ਦੇ ਉੱਤੇ। ਦੀ ਸਡਨ ਪ੍ਰੈਸ਼ਰ ਇਜ਼ ਅਪਲਾਈਡ ਇਮੀਡੀਏਟਲੀ ਫੋਲੋਇੰਗ ਇਲੈਕਟ੍ਰਿਕ ਡਿਸਚਾਰਜ ਵੈਨ ਦੀ ਪ੍ਰੋਸੈਸ ਇਜ਼ ਕੰਪਲੀਟਡ ਵਿਦ ਦੀ ਸੈਕਿੰਡ ਟਾਈਮ ਪੀਰੀਅਡ ਇਟਸ ਵੈਲਡਿੰਗ ਪ੍ਰੋਸੈਸ ਲਿਮਿਟਡ ਟੂ ਅ ਸਮਾਲਰ ਸਰਫੇਸ। ਉਹ ਜਦੋਂ ਇਲੈਕਟ੍ਰਿਕ ਡਿਸਚਾਰਜ ਪ੍ਰੋਡਿਊਸ ਹੁੰਦਾ ਆ ਤਾਂ ਉਹਦੇ ਦੁਆਰਾ ਕੀ ਹੁੰਦਾ ਆ ਉਦੋਂ ਸਡਨਲੀ ਹੀ ਉਦੋਂ ਇੱਕਦਮ ਹੀ ਆਪਾਂ ਕੀ ਕਰਦੇ ਹਾਂ ਪ੍ਰੈਸ਼ਰ ਨੂੰ ਅਪਲਾਈ ਕਰਦੇ ਹਾਂ। ਜਿਹੜਾ ਪੀਸ ਮੂਵੇਬਲ ਰੱਖਿਆ ਹੁੰਦਾ ਉਸ ਨੂੰ ਕੀ ਆ ਪ੍ਰੈਸ਼ਰ ਅਪਲਾਈ ਕਰਕੇ ਵੈਲਡ ਕਰਦੇ ਹਾਂ। ਸੋ ਅੱਗੇ ਇਹਦੀ ਡਾਇਗਰਾਮ ਦੇ ਬਾਰੇ ਗੱਲ ਕਰਦੇ ਹਾਂ। ਸੋ ਡਾਇਗਰਾਮ ਦੇ ਵਿੱਚ ਤੁਹਾਡੇ ਮੋਰੇ ਕੀ ਹੈ, ਡਾਇਗਰਾਮ ਦੇ ਵਿੱਚ ਇੱਕ ਮੇਨ ਪਾਵਰ ਸਪਲਾਈ ਆ। ਮੇਨ ਪਾਵਰ ਸਪਲਾਈ, ਠੀਕ ਹੈ। ਸੋ ਦਿਸ ਇਜ਼ ਦੀ ਮੇਨ ਪਾਵਰ ਸਪਲਾਈ ਜਿੱਥੋਂ ਵੀ ਇਲੈਕਟ੍ਰੀਸਿਟੀ ਪ੍ਰੋਵਾਈਡ ਕਰਦੇ ਹਾਂ। ਇੱਕ ਟਰਾਂਸਫਾਰਮਰ ਲੱਗਾ, ਟਰਾਂਸਫਾਰਮਰ ਦਾ ਵਰਕ ਇਹ ਹੁੰਦਾ ਹੈ ਕਿ ਵੋਲਟੇਜ ਨੂੰ ਡਰੋਪ ਕਰਕੇ ਔਰ ਕਰੰਟ ਨੂੰ ਆਪਾਂ ਇੰਕਰੀਜ਼ ਕਰਨਾ ਹੈ, ਠੀਕ ਹੈ। ਇਹਦਾ ਸਿਰਫ ਮੇਨ ਮਕਸਦ ਜੋ ਹੈ ਟਰਾਂਸਫਾਰਮਰ ਦਾ ਸਟੈਪ ਡਾਊਨ ਟਰਾਂਸਫਾਰਮਰ ਲੱਗਾ ਹੁੰਦਾ ਹੈ। ਨੈਕਸਟ ਇਹ ਹੁੰਦਾ ਹੈ ਕਿ ਜਦੋਂ ਟਰਾਂਸਫਾਰਮਰ ਦੇ ਦੁਆਰਾ ਅੱਗੇ ਇਲੈਕਟ੍ਰੀਸਿਟੀਆਂ ਨੂੰ ਆਪਾਂ ਭੇਜਦੇ ਹਾਂ ਉਹ ਕਿਹਦੇ ਅੰਦਰ ਭੇਜਦੇ ਹਾਂ ਰੈਕਟੀਫਾਇਰ ਦੇ ਵਿੱਚ। ਰੈਕਟੀਫਾਇਰ ਦਾ ਮੇਨ ਵਰਕ ਹੁੰਦਾ ਹੈ ਕਿ ਇਹ AC ਕਰੰਟ ਨੂੰ DC ਕਰੰਟ ਦੇ ਵਿੱਚ ਕਨਵਰਟ ਕਰ ਦੇਣਾ, ਠੀਕ ਹੈ। ਸੋ ਨੈਕਸਟ ਅੱਗੇ ਲੱਗਾ ਹੈ ਸਵਿੱਚ ਲੱਗਾ ਹੁੰਦਾ, ਠੀਕ ਹੈ। ਅਤੇ ਇਹ ਅੱਗੇ ਨਾਲ ਕਨੈਕਟਡ ਹੁੰਦੇ ਆ ਕਪੈਸਿਟਰ ਦੇ ਨਾਲ। ਸੋ ਕਪੈਸਿਟਰ ਦਾ ਮੇਨ ਵਰਕ ਹੁੰਦਾ ਹੈ ਕਿ ਐਨਰਜੀ ਨੂੰ ਸਟੋਰ ਕਰਨਾ ਐਂਡ ਰਿਲੀਜ਼ ਕਰਨਾ, ਸਟੋਰ ਕਰਨਾ ਰਿਲੀਜ਼ ਕਰਨਾ, ਸਟੋਰ ਕਰਨਾ ਰਿਲੀਜ਼ ਕਰਨਾ। ਸੋ ਕਿਸੇ ਵੀ ਕਰੰਟ ਨੂੰ ਸਮੂਥ ਚਲਾਉਣ ਲਈ ਕਪੈਸਿਟਰ ਦਾ ਯੂਜ਼ ਕੀਤਾ ਜਾਂਦਾ। ਨੈਕਸਟ ਹੈ ਦੋ ਪਾਰਟਸ। ਸੋ ਇਹ ਕਪੈਸਿਟਰ ਅਗਾਂਹ ਕਨੈਕਟਡ ਹੁੰਦਾ ਹੈ ਦੋ ਪਾਰਟਸ ਨੂੰ ਜੋੜਨ ਦੇ ਲਈ, ਠੀਕ ਹੈ। ਵਨ ਪਾਰਟ ਇੱਕ ਫਿਕਸ ਹੁੰਦਾ ਹੈ ਅਤੇ ਸੈਕਿੰਡ ਵਰਕ ਪੀਸ ਕੀ ਹੁੰਦਾ ਮੂਵੇਬਲ, ਮੀਨਸ ਕਿ ਸਲਾਈਡ ਕਰਦਾ ਅੱਗੇ ਪਿੱਛੇ ਨੂੰ, ਠੀਕ ਹੈ। ਸੋ ਇਹਦਾ ਹੈਗੀ ਡਾਇਗਰਾਮ।
ਸੋ ਜਿੱਦਾਂ ਹੀ ਸਲਾਈਡ ਕਰਦਾ ਆ ਤਾਂ ਕੀ ਹੁੰਦਾ ਜਦੋਂ ਇਹ ਇਲੈਕਟ੍ਰਿਕ ਐਨਰਜੀ ਇੱਥੇ ਪਾਰਟਸ ਦੇ ਅੰਦਰ ਪਹੁੰਚਦੀ ਆ ਤਾਂ ਇਸ ਜੁਆਇੰਟ ਦੇ ਵਿੱਚ ਜਦੋਂ 1.5 mm ਦਾ ਗੈਪ ਰਹਿ ਜਾਂਦਾ ਆ ਦੋਨਾਂ ਨੂੰ, ਜਦੋਂ ਗੈਪ ਜਿਹੜਾ 1.5 mm ਦਾ ਰਹਿ ਜਾਂਦਾ ਉਦੋਂ ਕੀ ਹੋ ਜਾਂਦਾ, ਇਲੈਕਟ੍ਰਿਕ ਡਿਸਚਾਰਜ ਹੁੰਦਾ। ਇਲੈਕਟ੍ਰਿਕ ਡਿਸਚਾਰਜ ਕੀ ਕਰਦਾ ਹੈ, ਮਟੀਰੀਅਲ ਨੂੰ ਹੀਟ ਕਰਦਾ, ਹੀਟ ਕਰਨ ਦੇ ਨਾਲ ਮਟੀਰੀਅਲ ਵੈਲਡ ਹੋ ਜਾਂਦਾ ਵਿਦਆਊਟ ਐਨੀ ਫਿਲਰ ਮਟੀਰੀਅਲ। ਇਹਦੇ ਅੰਦਰ ਕੋਈ ਵੀ ਫਿਲਰ ਮਟੀਰੀਅਲ ਨਹੀਂ ਯੂਜ਼ ਕੀਤਾ ਜਾਂਦਾ। ਸੋ ਸਟੈਪ ਕੀ ਹੈ ਇਹਦੇ, ਵਰਕਿੰਗ ਸਟੈਪ ਕੀ ਹੈ ਇਹਦੇ, ਸੋ ਉਹਦੇ ਬਾਰੇ ਗੱਲ ਕਰਦੇ ਹਾਂ। ਦੀ ਵਰਕਿੰਗ ਪੀਸ ਆਰ ਕਲੀਨ ਫਰੋਮ ਗਰੀਸ, ਪੇਂਟ ਐਂਡ ਡਰਟ। ਸਭ ਤੋਂ ਪਹਿਲਾਂ ਜਿਹੜਾ ਵਰਕ ਪੀਸ ਆ ਉਹਦੇ ਜਿਹੜੇ ਐਂਡ ਪਾਰਟਸ ਆ ਉਹ ਬਿਲਕੁਲ ਹੀ ਕਲੀਨ ਹੋਣੇ ਚਾਹੀਦੇ ਆ, ਠੀਕ ਹੈ। ਡਸਟ ਨਹੀਂ ਲੱਗੀ ਹੋਣੀ ਚਾਹੀਦੀ ਆ ਉਹਨੇ ਕੋਈ, ਐਂਡ ਗਰੀਸ ਨਾ ਕੋਈ ਪੇਂਟ ਲੱਗਾ ਹੋਣਾ ਚਾਹੀਦਾ। ਦੀ ਵੈਲਡਿੰਗ ਵਰਕ ਪੀਸ ਆਰ ਕਲੈਂਪ ਔਨ ਦੀ ਮਸ਼ੀਨ ਟੇਬਲ। ਸੋ ਦੋਨੋਂ ਹੀ ਵੈਲਡਿੰਗ ਵਰਕ ਪੀਸ ਨੂੰ ਟੇਬਲ ਦੇ ਉੱਤੇ ਕਲੈਂਪ ਕੀਤਾ ਜਾਂਦਾ ਹੈ। then the workpiece become too tough slightly and the current is passed together. The electric are provided in interface of workpiece. So ਕੀ ਕੀਤਾ ਜਾਂਦਾ, ਇੱਕ ਕਰੰਟ ਪਾਸ ਕੀਤਾ ਜਾਂਦਾ ਹੈ ਦੋਨੋਂ ਹੀ ਵਰਕਪੀਸ ਦੇ ਅੰਦਰ। ਐਂਡ ਲਾਸਟ ਕੀ ਕੀਤਾ ਜਾਂਦਾ, ਐਟ ਸੇਮ ਟਾਈਮ ਲਾਈਟ ਫੋਰਸ ਅਪਲਾਈਡ ਟੂ ਵਰਕਪੀਸ ਆਫਟਰ ਸਫੀਸ਼ੀਐਂਟ ਟਾਈਮ ਪੀਰੀਅਡ ਆਫ ਦੀ ਕਰੰਟ ਸਪਲਾਈ ਇਜ਼ ਕੱਟ ਆਫ। ਜਿੱਦਾਂ ਹੀ ਵਰਕ ਪੀਸ ਦੇ ਉੱਪਰ ਆਪਾਂ ਪ੍ਰੈਸ਼ਰ ਨੂੰ ਅਪਲਾਈ ਕਰਦੇ ਹਾਂ, ਜਦੋਂ ਕਿ ਜੋ ਦੋਨੋਂ ਵਰਕ ਪੀਸ ਦੇ ਅੰਦਰ ਜੋ ਗੈਪ 1.5 mm ਦਾ ਰਹਿ ਜਾਂਦਾ ਉਦੋਂ ਵੈਲਡਿੰਗ ਡਿਸਚਾਰਜ ਪ੍ਰੋਡਿਊਸ ਹੁੰਦਾ। ਥੋੜ੍ਹੇ ਕਿਉਂਕਿ ਜੋ ਆਪਣਾ ਵੈਲਡਿੰਗ ਟਾਈਮ ਪੀਰੀਅਡ ਹੈ, ਜਦੋਂ ਆਪਾਂ ਡਿਸਚਾਰਜ ਨੂੰ ਯੂਜ਼ ਕਰਦੇ ਹਾਂ ਵੈਲਡਿੰਗ ਕਰਨ ਦੇ ਦੌਰਾਨ, ਤਾਂ ਉਹਦਾ ਵਰਕ ਪੀਸ ਦੇ ਪ੍ਰੈਸ਼ਰ ਨੂੰ ਜਦੋਂ ਅਪਲਾਈ ਕੀਤਾ ਜਾਂਦਾ ਉਹਦੀ ਟਾਈਮਿੰਗ 10 to 15 ਸੈਕਿੰਡਸ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਪ੍ਰੈਸ਼ਰ ਨੂੰ ਰਿਲੀਜ਼ ਕੀਤਾ ਜਾਂਦਾ। ਦੀ ਫੋਰਸ ਇਜ਼ ਰਿਲੀਜ਼ਡ ਫਰੋਮ ਮੂਵੇਬਲ ਸਲਾਈਡ। ਨਾਓ ਦੀ ਵੈਲਡਿੰਗ ਇਜ਼ ਕੰਪਲੀਟਡ। ਜਦੋਂ ਵੈਲਡਿੰਗ ਕੰਪਲੀਟ ਹੋ ਜਾਂਦੀ ਹੈ ਫੋਰਸ ਨੂੰ ਜਿਸ ਦੇ ਦੁਆਰਾ ਆਪਾਂ ਸਪਰਿੰਗ ਦੇ ਦੌਰਾਨ ਫੋਰਸ ਨੂੰ ਅਪਲਾਈ ਕੀਤਾ ਹੁੰਦਾ ਹੈ ਵਰਕ ਪੀਸ ਉੱਤੇ, ਉਸ ਨੂੰ ਆਪਾਂ ਰਿਲੀਜ਼ ਕਰ ਦਿੰਦੇ ਹਾਂ। ਇਨ ਦੀ ਪ੍ਰੀਕੂਸ਼ਨ ਵੈਲਡਿੰਗ ਦੀ ਵਰਕ ਪੀਸ ਆਰ ਅਨਕਲੈਂਪਡ। ਆਫਟਰ ਵੈਲਡਿੰਗ ਵਰਕ ਪੀਸ ਨੂੰ ਆਪਾਂ ਅਨਕਲੈਂਪ ਮੀਨਸ ਕਿ ਕਲੈਂਪ ਤੋਂ ਉਤਾਰ ਦਿੰਦੇ ਹਾਂ। ਨੈਕਸਟ ਆਪਾਂ ਐਪਲੀਕੇਸ਼ਨ ਬਾਰੇ ਗੱਲ ਕਰਦੇ ਹਾਂ ਪ੍ਰੀਕੂਸ਼ਨ ਵੈਲਡਿੰਗ ਦੇ। ਇਟ ਇਜ਼ ਯੂਜ਼ਡ ਜੁਆਇਨਿੰਗ ਆਫ ਐਲੂਮੀਨੀਅਮ ਰੋਡ, ਟਿਊਬਸ ਐਂਡ ਬਾਰ ਟੂ ਕਾਪਰ ਮੈਟਲ। ਐਪਲੀਕੇਸ਼ਨਸ ਇਹਦੀਆਂ ਹੈਗੀਆਂ ਕਿ ਇਸ ਨੂੰ ਉੱਥੇ ਯੂਜ਼ ਕੀਤਾ ਜਾਂਦਾ ਜਿੱਥੇ ਕਿ ਅਨਸਿਮਿਲਰ ਮੈਟਲਸ ਨੂੰ ਜੋੜਨਾ ਹੋਵੇ, ਜਿੱਦਾਂ ਕਿ ਕਾਪਰ ਐਂਡ ਸਟੀਲ ਨੂੰ ਜੋੜਨਾ ਹੋਵੇ, ਠੀਕ ਹੈ। ਜਿਹੜੇ ਅਲੋਇਜ਼ ਆਪਣੇ ਉਸ ਨੂੰ ਜੋੜਨਾ ਹੋਵੇ, ਡਿਫਰੈਂਟ ਅਲੋਇਜ਼ ਡਿਫਰੈਂਟ ਐਲੀਮੈਂਟਸ ਨੂੰ ਜੋੜਨਾ ਹੋਵੇ, ਉੱਥੇ ਆਪਾਂ ਪ੍ਰੀਕੂਸ਼ਨ ਵੈਲਡਿੰਗ ਦਾ ਯੂਜ਼ ਕਰਦੇ ਹਾਂ। ਸੈਟੇਲਾਈਟ ਟਿਪਸ ਟੂ ਸਟੀਲ ਐਂਡ ਨੋਨ ਫੀਰਸ ਮੈਟਲ, ਠੀਕ ਹੈ। ਜਿੱਥੇ ਨੋਨ ਫੀਰਸ ਮੈਟਲਸ, ਉਹੀ ਗੱਲ ਹੋ ਗਈ ਨਾ, ਨੋਨ ਫੀਰਸ ਮੈਟਲਸ ਆ ਗਏ। ਇਹਦੇ ਵਿੱਚ ਨੋਨ ਫੀਰਸ ਮੈਟਲਸ ਨੂੰ ਜੋੜਿਆ ਜਾਂਦਾ, ਮੀਨਸ ਕਿ ਨੋਨ ਫੀਰਸ ਮੈਟਲ ਅਨਸਿਮਿਲਰ ਹੁੰਦੇ ਆ, ਜਿੱਦਾਂ ਕਿ ਜ਼ਿੰਕ ਐਂਡ ਬਰਾਸ ਹੋ ਗਿਆ, ਠੀਕ ਹੈ। ਜ਼ਿੰਕ ਐਂਡ ਕਾਪਰ ਹੋ ਗਿਆ। ਸੋ ਇਸ ਤਰ੍ਹਾਂ ਡਿਫਰੈਂਟ ਮੈਟਲਸ ਨੂੰ ਆਪਾਂ ਪ੍ਰੀਕੂਸ਼ਨ ਵੈਲਡਿੰਗ ਦੇ ਅੰਦਰ ਜੋੜਦੇ ਹਾਂ। ਬਾਕੀ ਵੈਲਡਿੰਗਸ ਦੇ ਅੰਦਰ ਇਹ ਡਿਫਰੈਂਸ ਹੁੰਦਾ ਕਿ ਉਸਦੇ ਅੰਦਰ ਸਿਮਿਲਰ ਮੈਟਲਸ ਮਤਲਬ ਕਿ ਇੱਕੋ ਤਰ੍ਹਾਂ ਦੇ ਮੈਟਲ ਨੂੰ ਹੀ ਜੋੜਿਆ ਜਾਂਦਾ, ਮਗਰ ਇਹਦੇ ਅੰਦਰ ਇਹ ਇੱਕ ਚੀਜ਼ ਹੈਗੀ ਆ ਕਿ ਡਿਫਰੈਂਟ ਮੈਟਲਸ ਨੂੰ ਆਪਾਂ ਵੈਲਡ ਕਰਦੇ ਹਾਂ। ਇਟ ਇਜ਼ ਯੂਜ਼ ਇਨ ਟੈਲੀਫੋਨ ਇੰਡਸਟਰੀ ਫॉर ਕਨੈਕਟਿੰਗ ਲੀਡਸ ਕੰਪੋਨੈਂਟ ਟੂ ਟਰਮੀਨਲੀ। ਟੈਲੀਫੋਨ ਇੰਡਸਟਰੀ ਦੇ ਵਿੱਚ ਕੰਮ ਆਉਂਦੀ ਵੈਲਡਿੰਗ, ਜਿੱਥੇ ਕਿ ਲੀਡਡ ਨੂੰ ਕਨੈਕਟਡ ਕਰਨਾ ਹੋਵੇ, ਠੀਕ ਹੈ। ਸਟੀਲ ਔਰ ਨੋਨ ਫੀਰਸ alloys to corrosion resistance alloy. So non ferrous alloy and ਨੂੰ ਆਪਾਂ ਜੇਕਰ ਜੋੜਨਾ ਹੋਵੇ, ਠੀਕ ਹੈ, ਤਾਂ ਉਸ ਦੇ ਵਿੱਚ ਕੰਮ ਆਉਂਦਾ ਹੈ ਥ੍ਰੈਡਡ ਸਟੀਲ ਸਟਡਸ ਟੂ ਐਲੂਮੀਨੀਅਮ। ਜੋ ਸਟਡਸ ਹੁੰਦੇ ਆਪਣੇ ਕੋਲ ਸਟੀਲ ਸਟਡਸ ਹੁੰਦੇ ਐਲੂਮੀਨੀਅਮ ਦੇ ਉੱਤੇ ਲਗਾਉਣ ਦੇ ਵਿੱਚ ਇਸ ਵੈਲਡਿੰਗ ਦਾ ਯੂਜ਼ ਕੀਤਾ ਜਾਂਦਾ। ਸਿਲਵਰ ਕੰਟੈਕਟ ਫਿੰਗਰ ਟੂ ਕਾਪਰ ਸਟਡਸ, ਠੀਕ ਹੈ। ਸੋ ਤੁਹਾਨੂੰ ਇਸ ਐਪਲੀਕੇਸ਼ਨ ਦੇ ਵਿੱਚ ਇਹੀ ਸਮਝ ਆਇਆ ਨਾ ਕਿ ਡਿਫਰੈਂਟ ਮਟੀਰੀਅਲ ਨੂੰ ਇੱਕ ਮਟੀਰੀਅਲ ਨੂੰ
ਸੋ ਜੋ ਦੋਨੋਂ ਮਟੀਰੀਅਲ ਹੀ ਡਿਫਰੈਂਟ ਹੁੰਦੇ ਆ ਕਿ ਇੱਕ ਡਿਫਰੈਂਟ ਮਟੀਰੀਅਲ ਨੂੰ ਦੂਸਰੇ ਡਿਫਰੈਂਟ ਮਟੀਰੀਅਲ ਨਾਲ ਕਿੱਦਾਂ ਜੋੜਨਾ ਆ। ਸੋ ਇਸ ਦੇ ਅੰਦਰ ਫ੍ਰਿਕਸ਼ਨ ਵੈਲਡਿੰਗ ਦੇ ਅੰਦਰ ਹੁੰਦਾ ਆ।